This program is sponsored by Mahadev Builders. ਅੱਜ ਦੀ ਇਸ ਕਹਾਣੀ ਵਿੱਚ ਦੱਸਾਂਗਾ ਕਿ ਗਲੀ ਦੇ ਮੁੰਡੇ ਨੇ ਇੱਕ ਖੂਬਸੂਰਤ ਲੜਕੀ ਨੂੰ ਕਿਵੇਂ ਕੀਤਾ ਪ੍ਰੈਗਨੈਂਟ। ਕੀ ਉਸ ਵਿੱਚ ਲੜਕੀ ਦੀ ਸਹਿਮਤੀ ਸੀ ਜਾਂ ਅਸਹਿਮਤੀ। ਇਸ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਸੁਣਨਾ। ਦਰਅਸਲ ਇਸ ਦੇ ਨਾਮ ਜਿੰਨੇ ਵੀ ਹੋਣਗੇ ਕਾਲਪਨਿਕ ਹੋਣਗੇ, ਅਸਲੀ ਨਾਮਾਂ ਨਾਲ ਕੋਈ ਲੈਣ ਦੇਣ ਨਹੀਂ ਹੋਵੇਗਾ। ਰਾਣੋ ਪਿੰਡ ਦੀ ਬਹੁਤ ਹੀ ਖੂਬਸੂਰਤ ਲੜਕੀ ਸੀ, ਲੇਕਿਨ ਗਰੀਬ ਮਾਂ-ਬਾਪ ਦੀ ਇਕਲੌਤੀ ਧੀ ਹੋਣ ਕਰਕੇ ਕਿਤੇ ਨਾ ਕਿਤੇ ਗਲੀ ਦੇ ਵਿੱਚ ਉਸ ਦੇ ਰੂਪ ਦੀ ਰੰਗ ਦੀ ਚਰਚਾ ਛਿੜੀ ਰਹਿੰਦੀ ਸੀ। ਲੇਕਿਨ ਰਾਣੋ ਜਦੋਂ ਵੀ ਘਰੋਂ ਬਾਹਰ ਨਿਕਲਦੀ ਤਾਂ ਨੀਵੀਂ ਪਾ ਕੇ ਨਿਕਲਦੀ। ਪਤਾ ਨਹੀਂ ਕਿਸ ਤਰ੍ਹਾਂ ਰਾਣੋ ਉਸ ਲੜਕੇ ਦੇ ਚੱਕਰ ਵਿੱਚ ਆ ਗਈ ਤਾਂ ਉਸਨੇ ਆਪਣੀ ਜ਼ਿੰਦਗੀ ਆਪ ਹੀ ਤਬਾਹ ਕਰ ਲਈ। ਤਬਾਹ ਹੋਈ ਜ਼ਿੰਦਗੀ ਨੂੰ ਹੁਣ ਉਹ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਛੁਪਦੀ ਹੋਈ ਨਜ਼ਰ ਨਹੀਂ ਆ ਰਹੀ। ਅੱਜ ਰਾਣੋ ਬਹੁਤ ਉਦਾਸ ਤੇ ਚੁੱਪ ਰਹਿੰਦੀ ਹੈ, ਜਿਵੇਂ ਉਸ ਨੂੰ ਪਤਾ ਲੱਗ ਗਿਆ ਹੋਵੇ ਕਿ ਮੇਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਫਰਕ ਪੈਂਦਾ ਨਜ਼ਰ ਆ ਰਿਹਾ ਹੈ। ਰਾਣੋ ਨੇ ਪਹਿਲੀ ਵਾਰ ਜਦੋਂ ਉਸ ਲੜਕੇ ਦੇ ਨਾਲ ਮਿਲੀ ਤਾਂ ਪਿੰਡੋਂ ਬਾਹਰ ਇੱਕ ਕੁੱਪ ਦੇ ਸਹਾਰੇ ਵਿੱਚ ਰਾਣੋ ਤੇ ਉਹ ਲੜਕਾ ਮਿਲੇ। ਕੁੱਪ ਜਿਸ ਦੇ ਵਿੱਚੋਂ ਥੋੜੀ ਤੂੜੀ ਕੱਢੀ ਗਈ ਔਰ ਉਸ ਤੂੜੀ ਦੇ ਵਿੱਚੋਂ ਉਹਨਾਂ ਨੇ ਵਿਹਲੀ ਜਗ੍ਹਾ ਦੇ ਵਿੱਚ ਜਾ ਕੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਦੇ ਵਾਅਦੇ ਕੀਤੇ। ਪਰ ਰਾਣੋ ਬਹੁਤ ਕੁਝ ਨਹੀਂ ਕਹਿਣਾ ਚਾਹੁੰਦੀ ਸੀ, ਉਹ ਲੜਕਾ ਬਹੁਤ ਕੁਝ ਕਹਿਣਾ ਚਾਹੁੰਦਾ ਸੀ। ਪਰ ਹੌਲੀ ਉਹਨਾਂ ਨੇ ਮੀਟਿੰਗ ਦਾ ਅਗਲਾ ਸਮਾਂ ਨਿਸ਼ਚਿਤ ਕਰ ਲਿਆ। ਮੀਟਿੰਗ ਹੋਈ, ਰਾਣੋ ਦੇ ਸਰੀਰ ਤੇ ਉਹ ਹੱਥ ਫੇਰਨ ਲੱਗ ਪਿਆ। ਰਾਣੋ ਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਾ। ਹੌਲੀ ਉਸ ਲੜਕੇ ਦੀਆਂ ਗੱਲਾਂ ਵਿੱਚ ਆ ਗਈ ਔਰ ਰਾਣੋ ਨੇ ਆਪਣੀ ਪੂਰੀ ਜ਼ਿੰਦਗੀ ਉਸ ਨੂੰ ਸੌਂਪ ਦਿੱਤੀ। ਇਹ ਸਿਲਸਿਲਾ ਚੱਲਦਾ ਰਿਹਾ। ਅੱਜ ਰਾਣੋ ਪੂਰੀ ਤਰ੍ਹਾਂ ਪ੍ਰੈਗਨੈਂਟ ਹੈ। ਹਾਲਾਂਕਿ ਲੜਕੇ ਨੂੰ ਵੀ ਪਤਾ ਹੈ ਕਿ ਸਾਡੀਆਂ ਗਲਤੀਆਂ ਹੁਣ ਲੋਕਾਂ ਦੇ ਸਾਹਮਣੇ ਜ਼ਾਹਿਰ ਹੋਣ ਲੱਗੀਆਂ, ਪਰ ਕਿਤੇ ਨਾ ਕਿਤੇ ਡਰ ਦੋਹਾਂ ਦੇ ਮਨ ਵਿੱਚ ਹੈ। ਅੱਜ ਰਾਣੋ ਘਰ ਦੇ ਕਦੇ ਦਰਵਾਜ਼ੇ ਤੱਕ ਤੇ ਕਦੇ ਪਿੱਛੇ ਕਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਉਸ ਦੀ ਮਾਂ ਇਹ ਸਾਰਾ ਕੁਝ ਵੇਖ ਰਹੀ ਹੈ। ਉਸ ਦੀ ਮਾਂ ਨੇ ਪੁੱਛਿਆ, ਪੁੱਤ ਕੀ ਗੱਲ ਹੈ, ਅੱਜ ਤੂੰ ਬੜੀ ਉਦਾਸ ਹੈ। ਮੈਂ ਵੇਖ ਰਹੀ ਹਾਂ ਦਿਨੋਂ ਦਿਨ ਤੇਰੇ ਸਰੀਰ ਨੂੰ ਪਤਾ ਨਹੀਂ ਕੀ ਹੋਈ ਜਾ ਰਿਹਾ। ਰਾਣੋ ਨੇ ਰੋ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਪਰ ਹੁਣ ਇੱਕ ਮਾਂ ਕੀ ਕਰ ਸਕਦੀ ਹੈ। ਲੇਕਿਨ ਰਾਣੋ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਸੀ ਕਿ ਇੱਕ ਮਾਂ-ਬਾਪ ਦੀ ਇੱਜ਼ਤ ਤੂੰ ਨਿਲਾਮ ਕਰ ਰਹੀ ਹੈ। ਕਿਹੜੀ ਭੁੱਖ ਹੈ ਕਿ ਇਹ ਭੁੱਖ ਵਿਆਹ ਤੋਂ ਬਾਅਦ ਪੂਰੀ ਨਹੀਂ ਹੋ ਸਕਦੀ। ਕਿਉਂ ਅਜਿਹਾ ਸਟੈਪ ਚੱਕਿਆ ਹੈ। ਰਾਣੋ ਅੱਜ ਆਪਣੇ ਆਪ ਤੇ ਲਾਹਨਤਾਂ ਦੇ ਟੋਕਰੇ ਪਾ ਰਹੀ ਸੀ। ਆਪਣੀਆਂ ਨਜ਼ਰਾਂ ਵਿੱਚੋਂ ਰਾਣੋ ਗਿਰ ਚੁੱਕੀ ਸੀ। ਉਸਨੇ ਮਾਂ ਨੂੰ ਸਾਰੀ ਦੁੱਖ ਭਰੀ ਕਹਾਣੀ ਸੁਣਾਈ। ਮਾਂ ਨੇ ਉਸ ਦੁੱਖ ਭਰੀ ਕਹਾਣੀ ਨੂੰ ਸੁਣਿਆ, ਪਰ ਹੁਣ ਕਰ ਕੀ ਸਕਦੀ ਸੀ। ਆਪਣੀਆਂ ਨਜ਼ਰਾਂ ਵਿੱਚ ਗਿਰੀ ਰਾਣੋ ਆਪਣੀ ਮਾਂ ਦਾ ਸਹਾਰਾ ਤਲਾਸ਼ ਕਰਨ ਲੱਗ ਪਈ। ਮਾਂ ਨੇ ਤਿਆਰ ਹੋ ਕੇ ਸ਼ਹਿਰ ਦੇ ਡਾਕਟਰ ਦੇ ਵੱਲ ਚਾਲੇ ਪਾ ਲਏ। ਇੱਕ ਡਾਕਟਰ ਬਹੁਤ ਹੀ ਨੇਕ ਦਿਲ ਔਰਤ, ਉਸਨੇ ਜਾ ਕੇ ਰਾਣੋ ਦੀ ਸਾਰੀ ਵਿਆਥਿਆ ਜਦੋਂ ਉਸ ਡਾਕਟਰ ਨੂੰ ਦੱਸੀ ਤਾਂ ਉਸਨੇ ਕਿਹਾ ਕਿ ਕਈ ਵਾਰ ਜ਼ਿੰਦਗੀ 'ਚ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ। ਖੈਰ ਤੁਸੀਂ ਘਬਰਾਓ ਨਾ, ਪਰ ਇਸ ਗਲਤੀ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਉਸਨੇ ਡਾਕਟਰੀ ਇਲਾਜ ਸ਼ੁਰੂ ਕਰ ਦਿੱਤਾ ਹੈ। ਰਾਣੋ ਦੀ ਬਰਬਾਦ ਹੋ ਰਹੀ ਜ਼ਿੰਦਗੀ ਇੱਕਦਮ ਫਿਰ ਲਾਈਨ ਤੇ ਆਉਣੀ ਨਜ਼ਰ ਆ ਗਈ। ਹੁਣ ਉਹ ਲੜਕੇ ਨੂੰ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਇਹਨਾਂ ਨੇ ਡਾਕਟਰੀ ਸਲਾਹ ਲੈ ਕੇ ਕੁਝ ਨਾ ਕੁਝ ਕੀਤਾ ਹੈ। ਉਸ ਲੜਕੇ ਨੇ ਫਿਰ ਉਸ ਨੂੰ ਜ਼ਬਰਦਸਤੀ ਘੇਰਿਆ ਔਰ ਘੇਰ ਕੇ ਉਸ ਨੂੰ ਮਜਬੂਰ ਕੀਤਾ ਹੈ। ਤੇ ਰਾਣੋ ਨੇ ਕਿਹਾ, ਜੋ ਪਿੱਛੇ ਗਲਤੀਆਂ ਹੋ ਗਈਆਂ ਉਹ ਹੋ ਗਈਆਂ, ਹੁਣ ਮੈਂ ਦੁਬਾਰਾ ਅਜਿਹੀ ਕੋਈ ਗਲਤੀ ਨਹੀਂ ਕਰਾਂਗੀ। ਲੇਕਿਨ ਬਾਰ-ਬਾਰ ਸਮਝਾਉਂਦੇ ਉਹ ਲੜਕੇ ਨੇ ਦੁਬਾਰਾ ਜ਼ਬਰਦਸਤੀ ਕੋਸ਼ਿਸ਼ ਕੀਤੀ ਤੇ ਰਾਣੋ ਨੇ ਰਸਤੇ 'ਚ ਪਿਆ ਇੱਟ ਰੋੜੇ ਵਰਗੀ ਕੋਈ ਚੀਜ਼ ਉਸ ਦੇ ਸਿਰ ਵਿੱਚ ਮਾਰੀ ਔਰ ਉਸ ਦਾ ਸਿਰ ਪਾਟ ਗਿਆ। ਔਰ ਉਸਨੇ ਗਲੀ ਵਿੱਚ ਖੜੀ ਹੋ ਕੇ ਕਿਹਾ ਕਿ ਜਦ ਤੱਕ ਤੇਰਾ ਜ਼ੁਲਮ ਮੇਰੇ ਤੇ ਚੱਲਦਾ ਰਿਹਾ ਮੈਂ ਸਹਾਰਦੀ ਰਹੀ ਹਾਂ, ਪਰ ਹੁਣ ਇਹ ਜ਼ੁਲਮ ਮੈਂ ਜ਼ਿਆਦਾ ਸਹਾਰ ਨਹੀਂ ਸਕਦੀ। ਖਬਰਦਾਰ ਜੇ ਦੁਬਾਰਾ ਤੂੰ ਮੇਰੀ ਜ਼ਿੰਦਗੀ 'ਚ ਆਇਆ। ਉਹ ਲੜਕਾ ਰੋ ਰਿਹਾ ਸੀ, ਕੁਰਲਾ ਰਿਹਾ ਸੀ। ਲੋਕ ਵੀ ਉਸ ਨੂੰ ਲਾਹਨਤਾਂ ਪਾ ਰਹੇ ਸੀ ਕਿ ਇੱਕ ਵਾਰ ਗਲਤੀ ਹੋਣ ਤੋਂ ਬਾਅਦ ਇਨਸਾਨ ਸੁਧਰ ਜਾਏ ਤਾਂ ਸਾਰੀਆਂ ਗਲਤੀਆਂ ਮਾਫ ਹੋ ਜਾਂਦੀਆਂ ਨੇ। ਬਿਊਰੋ ਰਿਪੋਰਟ। ਹੁਣ ਹੋਵੇਗਾ ਤੁਹਾਡਾ ਮਕਾਨ ਦਾ ਸੁਪਨਾ ਸਾਕਾਰ। ਰੋਟੀ ਕੱਪੜਾ ਔਰ ਮਕਾਨ ਜ਼ਿੰਦਗੀ ਦੀਆਂ ਅਹਿਮ ਜ਼ਰੂਰਤਾਂ। ਜੀ ਹਾਂ, ਮਹਾਦੇਵ ਬਿਲਡਰਸ ਤੁਹਾਡੇ ਘਰਾਂ ਦੇ ਸੁਪਨੇ ਨੂੰ ਕਰਨਗੇ ਸਾਕਾਰ। ਵਧੀਆ ਕੁਆਲਿਟੀ ਵਾਲਾ ਮਟੀਰੀਅਲ, ਆਧੁਨਿਕ ਟੈਕਨੀਕ ਦੇ ਨਾਲ ਨਵੇਂ ਡਿਜ਼ਾਈਨ ਲੈ ਕੇ ਮਹਾਦੇਵ ਬਿਲਡਰਸ ਬਣਾ ਰਿਹਾ ਹੈ ਤੁਹਾਡੇ ਸੁਪਨਿਆਂ ਦੇ ਘਰਾਂ ਨੂੰ। ਮਹਾਦੇਵ ਬਿਲਡਰਸ ਜੋ ਕਰਦਾ ਹੈ ਸਿਰਫ ਤਾਂ ਸਿਰਫ ਰੈਜ਼ੀਡੈਂਸ਼ੀਅਲ ਕੰਸਟਰਕਸ਼ਨ,
ਮਹਾਦੇਵ ਬਿਲਡਰਸ ਲੈਂਦਾ ਹੈ ਜ਼ਿੰਮੇਵਾਰੀ ਤੁਹਾਡੇ ਮਕਾਨ ਦੇ ਪੇਪਰ ਕੰਪਲੀਟ ਕਰਨ ਦੀ। ਮਹਾਦੇਵ ਬਿਲਡਰਸ ਦੀ ਚੰਗੀ ਸੋਚ ਦਾ ਸਬੂਤ ਵਧੀਆ ਮਟੀਰੀਅਲ ਦਾ ਇਸਤੇਮਾਲ। ਜੋ ਮਟੀਰੀਅਲ ਬਣ ਰਹੀ ਬਿਲਡਿੰਗ ਦੇ ਵਿੱਚ ਲਗਾਇਆ ਜਾ ਰਿਹਾ ਹੈ ਉਸੇ ਵਿੱਚ ਕੈਮੀਕਲ ਪਾ ਕੇ ਤਾਂ ਕਿ ਲੋਹੇ ਨੂੰ ਜੰਗ ਤੋਂ ਬਚਾਇਆ ਜਾ ਸਕੇ ਤੇ ਲੱਕੜੀ ਨੂੰ ਘੁਣ ਤੋਂ ਬਚਾਇਆ ਜਾ ਸਕੇ। ਪੂਰੀ ਬਿਲਡਿੰਗ ਦੇ ਵਿੱਚ ਪ੍ਰਾਇਮਰੀ ਲੋਹਾ ਟਾਟਾ ਕੰਪਨੀ ਦਾ ਹੀ ਯੂਜ਼ ਕੀਤਾ ਜਾਂਦਾ ਹੈ। ਨੀਆਂ ਭਰਨ ਤੋਂ ਬਾਅਦ ਮਿੱਟੀ ਦੀ ਭਰਤ ਨਹੀਂ ਪਾਈ ਜਾਂਦੀ ਬਲਕਿ ਫਲਾਈ ਐਸ਼ ਫੈਕਟਰੀ ਦੀ ਰਾਖ ਭਰਤ ਵਜੋਂ ਇਸਤੇਮਾਲ ਕੀਤੀ ਜਾਂਦੀ ਹੈ। ਆਪਣੀ ਪੱਕੀ ਰਿਹਾਇਸ਼ ਦਾ ਸੁਪਨਾ ਸਾਕਾਰ ਕਰਨ ਲਈ ਮਹਾਦੇਵ ਬਿਲਡਰਸ ਨੂੰ ਜ਼ਰੂਰ ਯਾਦ ਕਰੋ। ਇੱਥੇ ਸਾਰਾ ਕੰਮ ਇੰਜੀਨੀਅਰਾਂ ਦੀ ਦੇਖ ਰੇਖ ਵਿੱਚ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮਹਾਦੇਵ ਬਿਲਡਰਸ 9915555856। दूसरा नंबर 8427920939।